ਹਰਚਰਨ ਸਿੰਘ ਦੇ ਮਾਮਲੇ ਦੇ ਵਿੱਚ ਹਰਚਰਨ ਸਿੰਘ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਭਾਵੁਕ ਨੇ, ਜਿਸ ਦੇ ਚਲਦੇ ਉਹ ਗਾਣਿਆਂ ਤੋਂ ਬਾਅਦ ਹੁਣ ਸ਼ਾਰਟ ਫਿਲਮਾਂ ਬਣਾਉਣ ਵੀ ਲੱਗ ਪਏ ਨੇ। ਇੱਕ ਹੋਰ ਸ਼ਾਰਟ ਫਿਲਮ ਜਿਸ ਦੇ ਵਿੱਚ ਹਰਚਰਨ ਸਿੰਘ ਦਾ ਨਾਮ ਰੱਖਿਆ ਹੋਇਆ ਹੈ, ਹਰਚਰਨ ਦੀ ਫਿਲਮ ਬਣਾਈ ਗਈ ਹੈ ਅਤੇ ਨਾਮ ਵੀ ਮੁੰਡੇ ਦਾ ਚਰਨ ਰੱਖਿਆ ਗਿਆ ਤੇ ਕੁੜੀ ਦਾ ਨਾਮ ਮਨਪ੍ਰੀਤ ਰੱਖਿਆ ਗਿਆ। ਪਹਿਲੇ ਹੀ ਸੀਨ ਦੇ ਵਿੱਚ ਦੋ ਮੁੰਡੇ ਰੋਂਦੇ ਦਿਖਾਈ ਦਿੰਦੇ ਨੇ, ਆਪਣੇ ਫੋਨ ਦੇ ਵਿੱਚ ਹਰਚਰਨ ਦੀ ਫੋਟੋ ਦੇਖ ਕੇ ਰੋ ਰਹੇ ਹੁੰਦੇ ਨੇ ਅਤੇ ਉਹ ਕਿਸੇ ਤੀਸਰੇ ਮੁੰਡੇ ਨੂੰ ਸਾਰੀ ਕਹਾਣੀ ਸੁਣਾਉਂਦੇ ਨੇ। ਸੀਨ ਦੇ ਵਿੱਚ ਤਿੰਨ ਮੁੰਡੇ ਕੁੜੀ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ। ਕੁੜੀ ਆਉਂਦੀ ਹੈ ਤੇ ਸਕੂਲ ਦੀ ਛੁੱਟੀਆਂ ਦੀ ਗੱਲ ਕਰਦੀ ਹੈ। ਕੁੜੀ ਕਹਿੰਦੀ ਹੈ ਕਿ ਮੇਰੇ ਪਿਤਾ ਬਾਹਰ ਗਏ ਹੋਏ ਨੇ, ਤੂੰ ਮੇਰੇ ਘਰ ਆ ਕੇ ਮੈਨੂੰ ਮਿਲ ਸਕਦਾ ਹੈ, ਕਿਉਂਕਿ ਮੇਰੇ ਡੈਡੀ ਬਾਹਰ ਰਹਿੰਦੇ ਨੇ। ਦੋਵੇਂ ਇੱਕ ਦੂਜੇ ਤੋਂ ਵੱਧ ਕੇ ਪਿਆਰ ਕਰਨ ਦੀਆਂ ਗੱਲਾਂ ਕਰਦੇ ਨੇ। ਉਹ ਗੱਲਾਂ ਕਰ ਹੀ ਰਹੇ ਹੁੰਦੇ ਨੇ ਕਿ ਉਸੇ ਸਮੇਂ ਦੌਰਾਨ ਕੁੜੀ ਨੂੰ ਲੈਣ ਵਾਸਤੇ ਉਸਦੇ ਚਾਚਾ ਜੀ ਆ ਜਾਂਦੇ ਨੇ। ਉਸ ਨੂੰ ਗੱਲ ਕਰਦੀ ਦੇਖ ਗੁੱਸਾ ਹੁੰਦੇ ਨੇ ਤੇ ਉਸ ਨੂੰ ਘਰ ਲੈ ਜਾਂਦੇ ਨੇ। ਘਰ 'ਚ ਜਾ ਕੇ ਕਹਿੰਦੇ ਨੇ ਕਿ ਤੇਰੇ ਪਿਤਾ ਜੀ ਨੇ ਤੇਰੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੋਈ ਹੈ ਅਤੇ ਹੁਣ ਤੂੰ ਮੈਨੂੰ ਕਿਸੇ ਮੁੰਡੇ ਦੇ ਨਾਲ ਦਿਖਣੀ ਨਹੀਂ ਚਾਹੀਦੀ। ਆਖਰੀ ਵਾਰ ਕਾਲਜ ਮਿਲਣ ਆਏ ਉਸ ਮੁੰਡੇ ਨੂੰ ਚਾਚੇ ਨੇ ਦੇਖ ਲਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਅੱਗੇ ਤੋਂ ਅਜਿਹਾ ਨਾ ਹੋਵੇ। ਐਕਟਰ ਹਰਚਰਨ ਸਿੰਘ ਇੱਥੇ ਕਹਿੰਦਾ ਹੈ ਕਿ ਮੇਰੇ ਤੇ ਜ਼ਿੰਮੇਵਾਰੀਆਂ ਨੇ, ਕਿਉਂਕਿ ਕੁੜੀ ਉਸ ਨੂੰ ਜਦੋਂ ਫੋਨ ਕਰਦੀਆਂ ਮਿਲਣ ਦੇ ਲਈ ਤਾਂ ਹਰਚਰਨ ਕਹਿੰਦਾ ਹੈ ਕਿ ਮੇਰੇ ਤੇ ਜ਼ਿੰਮੇਵਾਰੀਆਂ ਨੇ, ਮੈਂ ਦਵਾਈ ਲੈਣ ਜਾਣਾ ਹਜੇ ਮੰਮੀ ਦੀ। ਪਰ ਇਹ ਸੁਣਦੇ ਹੀ ਕੁੜੀ ਫੋਨ ਕੱਟ ਦਿੰਦੀ ਹੈ। ਕੁੜੀ ਦਾ ਕਹਿਣਾ ਹੁੰਦਾ ਹੈ ਕਿ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਮਿਲਣਾ। ਇੱਕ ਦਿਨ ਜਦੋਂ ਕੁੜੀ ਅਤੇ ਮੁੰਡਾ ਆਪਸ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ ਤਾਂ ਉਸ ਦੀ ਗੱਲ ਘਰਦਿਆਂ ਦੇ ਵੱਲੋਂ ਸੁਣ ਲਈ ਜਾਂਦੀ ਹੈ। ਕੁੜੀ ਆਪਣੇ ਚਾਚੇ ਸਾਹਮਣੇ ਮੰਨਦੀ ਹੈ ਕਿ ਉਹ ਮੁੰਡੇ ਨੂੰ ਬਹੁਤ ਪਿਆਰ ਕਰਦੀ ਹੈ। ਇਹ ਸੁਣਨ ਤੋਂ ਬਾਅਦ ਹੀ ਚਾਚਾ ਗੁੱਸੇ ਦੇ ਵਿੱਚ ਆਉਂਦਾ ਹੈ ਤੇ ਕੁੜੀ ਦੇ ਮੂੰਹ ਤੇ ਚਪੇੜ ਮਾਰ ਦਿੰਦਾ ਹੈ ਅਤੇ ਨਾਲ ਹੀ ਕਹਿੰਦਾ ਹੈ ਕਿ ਉਸ ਮੁੰਡੇ ਨੂੰ ਮੋਟਰ ਤੇ ਬੁਲਾ। ਡਰੀ ਹੋਈ ਕੁੜੀ ਆਪਣੇ ਚਾਚੇ ਦੇ ਕਹਿਣ ਤੇ ਇੰਜ ਹੀ ਕਰਦੀ ਹੈ। ਮੁੰਡੇ ਨੂੰ ਸਹੁੰ ਦਿੰਦੀ ਹੈ ਕਿ ਜੇਕਰ ਉਹ ਅੱਜ ਮਿਲਣ ਨਾ ਆਇਆ ਤਾਂ ਉਹ ਸੁਸਾਈਡ ਕਰ ਲਵੇਗੀ। ਮੰਮੀ ਨੂੰ ਗੁਰਦੁਆਰਾ ਸਾਹਿਬ ਦਾ ਕਹਿ ਕੇ ਘਰੋਂ ਨਿਕਲਦਾ ਚਰਨ ਦੋਸਤਾਂ ਨੂੰ ਫੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਮਿਲਣ ਜਾਣਾ ਹੈ। ਖੁਦ ਬਾਈਕ ਚਲਾ ਕੇ ਕੁੜੀ ਦੇ ਘਰ ਕੋਲ ਪਹੁੰਚਦਾ ਹੈ ਅਤੇ ਕਹਿੰਦਾ ਹੈ ਕਿ 15 ਮਿੰਟ ਦੇ ਵਿੱਚ ਮੈਨੂੰ ਕਾਲ ਕਰ ਲਿਓ। ਪਰ 1 ਘੰਟਾ ਤੱਕ ਉਹ ਨਹੀਂ ਆਉਂਦਾ ਤਾਂ ਘੰਟਾ ਬੀਤਣ ਤੋਂ ਬਾਅਦ ਦੋਸਤਾਂ ਦੇ ਵੱਲੋਂ ਫੋਨ ਕੀਤਾ ਜਾਂਦਾ ਹੈ, ਪਰ ਉਸਦਾ ਫੋਨ ਸਵਿਚ ਆਫ ਹੋ ਜਾਂਦਾ ਹੈ। ਕੁੜੀ ਨੂੰ ਫੋਨ ਲਾਇਆ ਜਾਂਦਾ ਹੈ ਤਾਂ ਕੁੜੀ ਨੂੰ ਚਾਚਾ ਕਹਿੰਦਾ ਹੈ ਕਿ ਦੱਸ ਕਿ ਇੱਥੇ ਨਹੀਂ ਆਇਆ। ਮੁੰਡੇ ਲੱਭਦੇ ਨੇ, ਦੋਸਤਾਂ ਦੇ ਵੱਲੋਂ ਭਾਲ ਕੀਤੀ ਜਾਂਦੀ ਹੈ ਚਰਨ ਦੀ, ਪਰ ਉਸ ਨੂੰ ਨਹੀਂ ਮਿਲਦਾ। ਉਹਨਾਂ ਨੂੰ ਲਾਸ਼ ਕੁਝ ਦੇਰ ਬਾਅਦ ਮਿਲ ਜਾਂਦੀ ਹੈ ਅਤੇ ਉਸ ਦੀ ਲਾਸ਼ ਦੇ ਕੋਲ ਹੀ ਜਾ ਕੇ ਦੋਸਤ ਡਿੱਗ ਪੈਂਦੇ ਨੇ ਅਤੇ ਅੰਤ ਦੇ ਵਿੱਚ ਉਹ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਪਰ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ। ਇਸ ਸ਼ਾਰਟ ਫਿਲਮ ਦੇ 3 ਪਾਰਟ ਬਣਾਏ ਗਏ ਨੇ। ਖਾਸ ਤੌਰ ਤੇ ਤੀਸਰਾ ਪਾਰਟ ਲੋਕਾਂ ਨੂੰ ਇਸ ਕਰਕੇ ਪਸੰਦ ਆ ਰਿਹਾ ਹੈ ਕਿਉਂਕਿ ਉਸ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕਾਰਾ ਕੀਤਾ ਜਾਂਦਾ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਪਰ ਕਿਸ ਤਰ੍ਹਾਂ ਦੇ ਨਾਲ ਉਹ ਪੁਲਿਸ ਦੇ ਅੜਿੱਕੇ ਚੜ੍ਹਦੇ ਨੇ ਉਸ ਨੂੰ ਬਹੁਤ ਹੀ ਰੋਚਕ ਢੰਗ ਦੇ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਗਲੇ ਭਾਗ ਦੇ ਵਿੱਚ ਦਿਖਾਉਂਦੇ ਨੇ ਕਿ ਕੁੜੀ ਕਹਿੰਦੀ ਹੈ, ਮਨਪ੍ਰੀਤ ਜਿਸ ਦਾ ਨਾਮ ਰੱਖਿਆ ਹੋਇਆ ਹੈ ਕਿਰਦਾਰ ਦਾ, ਉਹ ਕਹਿੰਦੀ ਹੈ ਕਿ ਮੇਰੇ ਕੋਲ ਨਹੀਂ ਆਇਆ। ਉੱਥੇ ਜਾ ਕੇ ਲਾਸ਼ ਡਿੱਗ ਜਾਂਦੇ ਨੇ ਦੋਸਤ ਤੇ ਕੁਝ ਸਮੇਂ ਬਾਅਦ ਗੁਆਂਢੀ ਖੇਤਾਂ ਦੇ ਵਿੱਚ ਆ ਕੇ ਗੇੜਾ ਮਾਰਦਾ ਹੈ। ਖੇਤਾਂ ਦਾ ਮਾਲਕ ਜਦੋਂ ਗੇੜਾ ਮਾਰ ਰਿਹਾ ਹੁੰਦਾ ਤਾਂ ਉਸ ਨੂੰ ਲਾਸ਼ ਦਿਖਾਈ ਦਿੰਦੀ ਹੈ, ਜਿਸ ਤੋਂ ਬਾਅਦ ਉਹ ਪੁਲਿਸ ਨੂੰ ਬੁਲਾਉਂਦਾ ਹੈ। ਕੁਝ ਸਮੇਂ ਦੇ ਵਿੱਚ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਅਤੇ ਦੋਸਤਾਂ ਨੂੰ ਬੇਹੋਸ਼ ਦੇਖ ਕੇ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਨਾਲ ਹੀ ਹੋਸ਼ 'ਚ ਆਏ ਦੋਸਤਾਂ ਤੋਂ ਪੁੱਛਗਿੱਛ ਕਰਨ ਲੱਗ ਜਾਂਦੀ ਹੈ, ਪਰ ਦੋਸਤ ਉੱਠ ਕੇ ਰੋਣ ਲੱਗਦੇ ਨੇ ਅਤੇ ਕਹਿੰਦੇ ਨੇ ਕਿ ਸਾਨੂੰ ਕੁਝ ਨਹੀਂ ਪਤਾ। ਬਾਅਦ ਦੇ ਵਿੱਚ ਪੁਲਿਸ ਤੇ ਹੈਰਾਨ ਤੇ ਦੱਸਦੇ ਨੇ ਕਿ ਉਸ ਦਾ ਦੋਸਤ ਕੁੜੀ ਨੂੰ ਮਿਲਣ ਆਇਆ ਸੀ ਤੇ ਅਸੀਂ ਉਸ ਦੇ ਨਾਲ ਆਏ ਸੀ। ਪੁਲਿਸ ਦੇ ਵੱਲੋਂ ਉਸ ਨੂੰ ਥਾਣੇ ਲਿਜਾਇਆ ਜਾਂਦਾ ਹੈ। ਪੁਲਿਸ ਇਸ ਮਾਮਲੇ ਦੇ ਵਿੱਚ ਤਫਤੀਸ਼ ਕਰਦੀ ਦਿਖਦੀ ਹੈ ਤੇ ਪੁਲਿਸ ਚਾਚੇ ਤੱਕ ਵੀ ਪਹੁੰਚ ਕਰ ਲੈਂਦੀ ਹੈ, ਪਰ ਪਿੰਡ ਦਾ ਹੀ ਇੱਕ ਮੁੰਡਾ ਜਾ ਕੇ ਚਾਚੇ ਨੂੰ ਦੱਸ ਦਿੰਦਾ ਹੈ ਕਿ ਪੁਲਿਸ ਤੈਨੂੰ ਫੜਨ ਆ ਰਹੀ ਹੈ, ਜਿਸ ਤੋਂ ਬਾਅਦ ਉਹ ਘਰ ਦੀ ਕੰਧ ਟੱਪ ਕੇ ਘਰ ਦੇ ਵਿੱਚ ਮੌਜੂਦ ਬਾਕੀ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਪੁੱਛਦੇ ਨੇ ਕਿ ਚਾਚਾ ਕਿੱਥੇ ਹੈ, ਉਸਨੇ ਖੂਨ ਕੀਤਾ ਹੈ, ਪਰ ਘਰ ਦੇ ਇਸ ਗੱਲ ਤੋਂ ਇਨਕਾਰ ਕਰ ਦਿੰਦੇ ਨੇ ਕਿ ਉਸਨੇ ਨਹੀਂ ਕੀਤਾ ਤੇ ਉਹ ਅਜਿਹਾ ਕਿਉਂ ਕਰੇਗਾ। ਉਸ ਤੋਂ ਬਾਅਦ ਉਸ ਨੂੰ ਫੋਨ ਲਗਾਇਆ ਜਾਂਦਾ ਹੈ ਤੇ ਪਿਤਾ ਰਹਿੰਦੇ ਅਮਰੀਕਾ ਰਹਿੰਦੇ ਪਿਤਾ ਨੂੰ ਤੇ ਉਹਨੂੰ ਦੱਸਿਆ ਜਾਂਦਾ ਹੈ ਕਿ ਚਾਚੇ ਦੀ ਭਾਲ ਪੁਲਿਸ ਕਰ ਰਹੀ ਹੈ, ਜਿਸ ਤੋਂ ਬਾਅਦ ਅਮਰੀਕਾ ਰਹਿੰਦਾ ਪਿਤਾ ਹੀ ਚਾਚੇ ਨੂੰ ਫੋਨ ਕਰਦਾ ਹੈ ਅਤੇ ਚਾਚਾ ਕਹਿੰਦਾ ਹੈ ਕਿ ਮੈਂ ਕੁਝ ਨਹੀਂ ਕੀਤਾ, ਪਰ ਬਾਅਦ ਦੇ ਵਿੱਚ ਉਹ ਸੱਚ ਦੱਸ ਦਿੰਦਾ ਹੈ ਜੋ ਕੁਝ ਵੀ ਹੋਇਆ ਸੀ। ਪਰ ਅੰਤ ਦੇ ਵਿੱਚ ਉਸ ਦਾ ਪਿਤਾ, ਕੁੜੀ ਦਾ ਪਿਤਾ ਅਮਰੀਕਾ ਰਹਿੰਦਾ ਇਹੀ ਕਹਿੰਦਾ ਹੈ ਕਿ ਤੂੰ ਟੈਨਸ਼ਨ ਨਾ ਲੈ, ਤੂੰ ਜਾ ਕੇ ਥਾਣੇ ਪੇਸ਼ ਹੋ, ਸਾਡੇ ਕੋਲ ਪੈਸਾ ਹੈ ਤੇ ਅਸੀਂ ਇਹ
ਹਰਚਰਨ ਸਿੰਘ ਦੇ ਮਾਮਲੇ ਦੇ ਵਿੱਚ ਹਰਚਰਨ ਸਿੰਘ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਭਾਵੁਕ ਨੇ, ਜਿਸ ਦੇ ਚਲਦੇ ਉਹ ਗਾਣਿਆਂ ਤੋਂ ਬਾਅਦ ਹੁਣ ਸ਼ਾਰਟ ਫਿਲਮਾਂ ਬਣਾਉਣ ਵੀ ਲੱਗ ਪਏ ਨੇ। ਇੱਕ ਹੋਰ ਸ਼ਾਰਟ ਫਿਲਮ ਜਿਸ ਦੇ ਵਿੱਚ ਹਰਚਰਨ ਸਿੰਘ ਦਾ ਨਾਮ ਰੱਖਿਆ ਹੋਇਆ ਹੈ, ਹਰਚਰਨ ਦੀ ਫਿਲਮ ਬਣਾਈ ਗਈ ਹੈ ਅਤੇ ਨਾਮ ਵੀ ਮੁੰਡੇ ਦਾ ਚਰਨ ਰੱਖਿਆ ਗਿਆ ਤੇ ਕੁੜੀ ਦਾ ਨਾਮ ਮਨਪ੍ਰੀਤ ਰੱਖਿਆ ਗਿਆ। ਪਹਿਲੇ ਹੀ ਸੀਨ ਦੇ ਵਿੱਚ ਦੋ ਮੁੰਡੇ ਰੋਂਦੇ ਦਿਖਾਈ ਦਿੰਦੇ ਨੇ, ਆਪਣੇ ਫੋਨ ਦੇ ਵਿੱਚ ਹਰਚਰਨ ਦੀ ਫੋਟੋ ਦੇਖ ਕੇ ਰੋ ਰਹੇ ਹੁੰਦੇ ਨੇ ਅਤੇ ਉਹ ਕਿਸੇ ਤੀਸਰੇ ਮੁੰਡੇ ਨੂੰ ਸਾਰੀ ਕਹਾਣੀ ਸੁਣਾਉਂਦੇ ਨੇ। ਸੀਨ ਦੇ ਵਿੱਚ ਤਿੰਨ ਮੁੰਡੇ ਕੁੜੀ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ। ਕੁੜੀ ਆਉਂਦੀ ਹੈ ਤੇ ਸਕੂਲ ਦੀ ਛੁੱਟੀਆਂ ਦੀ ਗੱਲ ਕਰਦੀ ਹੈ। ਕੁੜੀ ਕਹਿੰਦੀ ਹੈ ਕਿ ਮੇਰੇ ਪਿਤਾ ਬਾਹਰ ਗਏ ਹੋਏ ਨੇ, ਤੂੰ ਮੇਰੇ ਘਰ ਆ ਕੇ ਮੈਨੂੰ ਮਿਲ ਸਕਦਾ ਹੈ, ਕਿਉਂਕਿ ਮੇਰੇ ਡੈਡੀ ਬਾਹਰ ਰਹਿੰਦੇ ਨੇ। ਦੋਵੇਂ ਇੱਕ ਦੂਜੇ ਤੋਂ ਵੱਧ ਕੇ ਪਿਆਰ ਕਰਨ ਦੀਆਂ ਗੱਲਾਂ ਕਰਦੇ ਨੇ। ਉਹ ਗੱਲਾਂ ਕਰ ਹੀ ਰਹੇ ਹੁੰਦੇ ਨੇ ਕਿ ਉਸੇ ਸਮੇਂ ਦੌਰਾਨ ਕੁੜੀ ਨੂੰ ਲੈਣ ਵਾਸਤੇ ਉਸਦੇ ਚਾਚਾ ਜੀ ਆ ਜਾਂਦੇ ਨੇ। ਉਸ ਨੂੰ ਗੱਲ ਕਰਦੀ ਦੇ ਗੁੱਸਾ ਹੁੰਦੇ ਨੇ ਤੇ ਉਸ ਨੂੰ ਘਰ ਲੈ ਜਾਂਦੇ ਨੇ। ਘਰ 'ਚ ਜਾ ਕੇ ਕਹਿੰਦੇ ਨੇ ਕਿ ਤੇਰੇ ਪਿਤਾ ਜੀ ਨੇ ਤੇਰੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੋਈ ਹੈ ਅਤੇ ਹੁਣ ਤੂੰ ਮੈਨੂੰ ਕਿਸੇ ਮੁੰਡੇ ਦੇ ਨਾਲ ਦਿਖਣੀ ਨਹੀਂ ਚਾਹੀਦੀ। ਆਖਰੀ ਵਾਰ ਕਾਲਜ ਮਿਲਣ ਆਏ ਉਸ ਮੁੰਡੇ ਨੂੰ ਚਾਚੇ ਨੇ ਦੇਖ ਲਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਅੱਗੇ ਤੋਂ ਅਜਿਹਾ ਨਾ ਹੋਵੇ। ਐਕਟਰ ਹਰਚਰਨ ਸਿੰਘ ਇੱਥੇ ਕਹਿੰਦਾ ਹੈ ਕਿ ਮੇਰੇ ਤੇ ਜ਼ਿੰਮੇਵਾਰੀਆਂ ਨੇ, ਕਿਉਂਕਿ ਕੁੜੀ ਉਸ ਨੂੰ ਜਦੋਂ ਫੋਨ ਕਰਦੀਆਂ ਮਿਲਣ ਦੇ ਲਈ ਤਾਂ ਹਰਚਰਨ ਕਹਿੰਦਾ ਹੈ ਕਿ ਮੇਰੇ ਤੇ ਜ਼ਿੰਮੇਵਾਰੀਆਂ ਨੇ, ਮੈਂ ਦਵਾਈ ਲੈਣ ਜਾਣਾ ਹੈ ਹਜੇ ਮੰਮੀ ਦੀ। ਪਰ ਇਹ ਸੁਣਦੇ ਹੀ ਕੁੜੀ ਫੋਨ ਕੱਟ ਦਿੰਦੀ ਹੈ। ਕੁੜੀ ਦਾ ਕਹਿਣਾ ਹੁੰਦਾ ਹੈ ਕਿ ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਮਿਲਣਾ। ਇੱਕ ਦਿਨ ਜਦੋਂ ਕੁੜੀ ਅਤੇ ਮੁੰਡਾ ਆਪਸ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ ਤਾਂ ਉਸ ਦੀ ਗੱਲ ਘਰਦਿਆਂ ਦੇ ਵੱਲੋਂ ਸੁਣ ਲਈ ਜਾਂਦੀ ਹੈ। ਕੁੜੀ ਆਪਣੇ ਚਾਚੇ ਸਾਹਮਣੇ ਮੰਨਦੀ ਹੈ ਕਿ ਉਹ ਮੁੰਡੇ ਨੂੰ ਬਹੁਤ ਪਿਆਰ ਕਰਦੀ ਹੈ। ਇਹ ਸੁਣਨ ਤੋਂ ਬਾਅਦ ਹੀ ਚਾਚਾ ਗੁੱਸੇ ਦੇ ਵਿੱਚ ਆਉਂਦਾ ਹੈ ਤੇ ਕੁੜੀ ਦੇ ਮੂੰਹ ਤੇ ਚਪੇੜ ਮਾਰ ਦਿੰਦਾ ਹੈ ਅਤੇ ਨਾਲ ਹੀ ਕਹਿੰਦਾ ਹੈ ਕਿ ਉਸ ਮੁੰਡੇ ਨੂੰ ਮੋਟਰ ਤੇ ਬੁਲਾ। ਡਰੀ ਹੋਈ ਕੁੜੀ ਆਪਣੇ ਚਾਚੇ ਦੇ ਕਹਿਣ ਤੇ ਇੰਜ ਹੀ ਕਰਦੀ ਹੈ। ਮੁੰਡੇ ਨੂੰ ਸਹੁੰ ਦਿੰਦੀ ਹੈ ਕਿ ਜੇਕਰ ਉਹ ਅੱਜ ਮਿਲਣ ਨਾ ਆਇਆ ਤਾਂ ਉਹ ਸੁਸਾਈਡ ਕਰ ਲਵੇਗੀ। ਮੰਮੀ ਨੂੰ ਗੁਰਦੁਆਰਾ ਸਾਹਿਬ ਦਾ ਕਹਿ ਕੇ ਘਰੋਂ ਨਿਕਲਦਾ ਚਰਨ ਦੋਸਤਾਂ ਨੂੰ ਫੋਨ ਕਰਦਾ ਅਤੇ ਕਹਿੰਦਾ ਹੈ ਕਿ ਮੈਂ ਮਿਲਣ ਜਾਣਾ। ਖੁਦ ਬਾਈਕ ਚਲਾ ਕੇ ਕੁੜੀ ਦੇ ਘਰ ਕੋਲ ਪਹੁੰਚਦਾ ਹੈ ਅਤੇ ਕਹਿੰਦਾ ਹੈ ਕਿ 15 ਮਿੰਟ ਦੇ ਵਿੱਚ ਮੈਨੂੰ ਕਾਲ ਕਰ ਲਿਓ। ਪਰ 1 ਘੰਟਾ ਤੱਕ ਉਹ ਨਹੀਂ ਆਉਂਦਾ ਤਾਂ ਘੰਟਾ ਬੀਤਣ ਤੋਂ ਬਾਅਦ ਦੋਸਤਾਂ ਦੇ ਵੱਲੋਂ ਫੋਨ ਕੀਤਾ ਜਾਂਦਾ ਹੈ, ਪਰ ਉਸਦਾ ਫੋਨ ਸਵਿਚ ਆਫ ਹੋ ਜਾਂਦਾ ਹੈ। ਕੁੜੀ ਨੂੰ ਫੋਨ ਲਾਇਆ ਜਾਂਦਾ ਹੈ ਤਾਂ ਕੁੜੀ ਨੂੰ ਚਾਚਾ ਕਹਿੰਦਾ ਹੈ ਕਿ ਦੱਸ ਕਿ ਇੱਥੇ ਨਹੀਂ ਆਇਆ। ਮੁੰਡੇ ਲੱਭਦੇ ਨੇ, ਦੋਸਤਾਂ ਦੇ ਵੱਲੋਂ ਭਾਲ ਕੀਤੀ ਜਾਂਦੀ ਹੈ ਚਰਨ ਦੀ, ਪਰ ਉਸ ਨੂੰ ਨਹੀਂ ਮਿਲਦਾ। ਉਹਨਾਂ ਨੂੰ ਲਾਸ਼ ਕੁਝ ਦੇਰ ਬਾਅਦ ਮਿਲ ਜਾਂਦੀ ਹੈ ਅਤੇ ਉਸ ਦੀ ਲਾਸ਼ ਦੇ ਕੋਲ ਹੀ ਜਾ ਕੇ ਦੋਸਤ ਡਿੱਗ ਪੈਂਦੇ ਨੇ ਅਤੇ ਅੰਤ ਦੇ ਵਿੱਚ ਉਹ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਪਰ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ। ਇਸ ਸ਼ਾਰਟ ਫਿਲਮ ਦੇ 3 ਪਾਰਟ ਬਣਾਏ ਗਏ ਨੇ। ਖਾਸ ਤੌਰ ਤੇ ਤੀਸਰਾ ਪਾਰਟ ਲੋਕਾਂ ਨੂੰ ਇਸ ਕਰਕੇ ਪਸੰਦ ਆ ਰਿਹਾ ਹੈ ਕਿਉਂਕਿ ਉਸ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕਾਰਾ ਕੀਤਾ ਜਾਂਦਾ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਪਰ ਕਿਸ ਤਰ੍ਹਾਂ ਦੇ ਨਾਲ ਉਹ ਪੁਲਿਸ ਦੇ ਅੜਿੱਕੇ ਚੜ੍ਹਦੇ ਨੇ ਉਸ ਨੂੰ ਬਹੁਤ ਹੀ ਰੋਚਕ ਢੰਗ ਦੇ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਗਲੇ ਭਾਗ ਦੇ ਵਿੱਚ ਦਿਖਾਉਂਦੇ ਨੇ ਕਿ ਕੁੜੀ ਕਹਿੰਦੀ ਹੈ ਮਨਪ੍ਰੀਤ ਜਿਸ ਦਾ ਨਾਮ ਰੱਖਿਆ ਹੋਇਆ ਹੈ ਕਿਰਦਾਰ ਦਾ, ਉਹ ਕਹਿੰਦੀ ਹੈ ਕਿ ਮੇਰੇ ਕੋਲ ਨਹੀਂ ਆਇਆ। ਉੱਥੇ ਜਾ ਕੇ ਲਾਸ਼ ਡਿੱਗ ਜਾਂਦੇ ਨੇ ਦੋਸਤ ਤੇ ਕੁਝ ਸਮੇਂ ਬਾਅਦ ਗੁਆਂਢੀ ਖੇਤਾਂ ਦੇ ਵਿੱਚ ਆ ਕੇ ਗੇੜਾ ਮਾਰਦਾ ਹੈ। ਖੇਤਾਂ ਦਾ ਮਾਲਕ ਜਦੋਂ ਗੇੜਾ ਮਾਰ ਰਿਹਾ ਹੁੰਦਾ ਹੈ ਤਾਂ ਉਸ ਨੂੰ ਲਾਸ਼ ਦਿਖਾਈ ਦਿੰਦੀ ਹੈ, ਜਿਸ ਤੋਂ ਬਾਅਦ ਉਹ ਪੁਲਿਸ ਨੂੰ ਬੁਲਾਉਂਦਾ ਹੈ। ਕੁਝ ਸਮੇਂ ਦੇ ਵਿੱਚ ਪੁਲਿਸ ਵੀ ਉੱਥੇ ਪਹੁੰਚ ਜਾਂਦੀ ਹੈ ਅਤੇ ਦੋਸਤਾਂ ਨੂੰ ਬੇਹੋਸ਼ ਦੇਖ ਕੇ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਨਾਲ ਹੀ ਹੋਸ਼ 'ਚ ਆਏ ਦੋਸਤਾਂ ਤੋਂ ਪੁੱਛਗਿੱਛ ਕਰਨ ਲੱਗ ਜਾਂਦੀ ਹੈ, ਪਰ ਦੋਸਤ ਉੱਠ ਕੇ ਰੋਣ ਲੱਗਦੇ ਨੇ ਅਤੇ ਕਹਿੰਦੇ ਨੇ ਕਿ ਸਾਨੂੰ ਕੁਝ ਨਹੀਂ ਪਤਾ। ਬਾਅਦ ਦੇ ਵਿੱਚ ਪੁਲਿਸ ਤੇ ਦੌਰਾਨ ਤੇ ਦੱਸਦੇ ਨੇ ਕਿ ਉਸ ਦਾ ਦੋਸਤ ਕੁੜੀ ਨੂੰ ਮਿਲਣ ਆਇਆ ਸੀ ਤੇ ਅਸੀਂ ਉਸ ਦੇ ਨਾਲ ਆਏ ਸੀ। ਪੁਲਿਸ ਦੇ ਵੱਲੋਂ ਉਸ ਨੂੰ ਥਾਣੇ ਲਿਜਾਇਆ ਜਾਂਦਾ ਹੈ। ਪੁਲਿਸ ਇਸ ਮਾਮਲੇ ਦੇ ਵਿੱਚ ਤਫਤੀਸ਼ ਕਰਦੀ ਦਿਖਦੀ ਹੈ ਤੇ ਪੁਲਿਸ ਚਾਚੇ ਤੱਕ ਵੀ ਪਹੁੰਚ ਕਰ ਲੈਂਦੀ ਹੈ, ਪਰ ਪਿੰਡ ਦਾ ਹੀ ਇੱਕ ਮੁੰਡਾ ਜਾ ਕੇ ਚਾਚੇ ਨੂੰ ਦੱਸ ਦਿੰਦਾ ਹੈ ਕਿ ਪੁਲਿਸ ਤੈਨੂੰ ਫੜਨ ਆ ਰਹੀ ਹੈ, ਜਿਸ ਤੋਂ ਬਾਅਦ ਉਹ ਘਰ ਦੀ ਕੰਧ ਟੱਪ ਕੇ ਘਰ ਦੇ ਵਿੱਚ ਮੌਜੂਦ ਬਾਕੀ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਪੁੱਛਦੇ ਨੇ ਕਿ ਚਾਚਾ ਕਿੱਥੇ ਹੈ, ਉਸਨੇ ਖੂਨ ਕੀਤਾ ਹੈ, ਪਰ ਘਰ ਦੇ ਇਸ ਗੱਲ ਤੋਂ ਇਨਕਾਰ ਕਰ ਦਿੰਦੇ ਨੇ ਕਿ ਉਸਨੇ ਨਹੀਂ ਕੀਤਾ ਤੇ ਉਹ ਅਜਿਹਾ ਕਿਉਂ ਕਰੇਗਾ। ਉਸ ਤੋਂ ਬਾਅਦ ਉਸ ਨੂੰ ਫੋਨ ਲਗਾਇਆ ਜਾਂਦਾ ਹੈ ਅਤੇ ਪਿਤਾ ਰਹਿੰਦੇ ਅਮਰੀਕਾ ਰਹਿੰਦੇ ਪਿਤਾ ਨੂੰ। ਪਿਓ ਨੂੰ ਦੱਸਿਆ ਜਾਂਦਾ ਹੈ ਕਿ ਚਾਚੇ ਦੀ ਭਾਲ ਪੁਲਿਸ ਕਰ ਰਹੀ ਹੈ, ਜਿਸ ਤੋਂ ਬਾਅਦ ਅਮਰੀਕਾ ਰਹਿੰਦਾ ਪਿਤਾ ਹੀ ਚਾਚੇ ਨੂੰ ਫੋਨ ਕਰਦਾ ਹੈ ਅਤੇ ਚਾਚਾ ਕਹਿੰਦਾ ਹੈ ਕਿ ਮੈਂ ਕੁਝ ਨਹੀਂ ਕੀਤਾ, ਪਰ ਬਾਅਦ ਦੇ ਵਿੱਚ ਉਹ ਸੱਚ ਦੱਸ ਦਿੰਦਾ ਹੈ ਜੋ ਕੁਝ ਵੀ ਹੋਇਆ ਸੀ। ਪਰ ਅੰਤ ਦੇ ਵਿੱਚ ਉਸ ਦਾ ਪਿਤਾ, ਕੁੜੀ ਦਾ ਪਿਤਾ ਅਮਰੀਕਾ ਰਹਿੰਦਾ ਇਹੀ ਕਹਿੰਦਾ ਹੈ ਕਿ ਤੂੰ ਟੈਨਸ਼ਨ ਨਾ ਲੈ, ਤੂੰ ਜਾ ਕੇ ਥਾਣੇ ਪੇਸ਼ ਹੋ, ਸਾਡੇ ਕੋਲ ਪੈਸਾ ਹੈ ਤੇ ਅਸੀਂ ਇਹ
ਤੇ ਮੈਂ ਜਲਦ ਹੀ ਘਰ ਵਾਪਸ ਆਉਣਾ ਹੈ। ਇਹ ਸੁਣ ਕੇ ਚਾਚਾ ਪੇਸ਼ ਹੋ ਜਾਂਦਾ ਹੈ।